ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹਉ ਬਲਿਹਾਰੀ ਸਤਿਗੁਰ ਚਰਨਾ। ਦਰਸ਼ਨ ਪਿਆਸੀ ਦਿਨ ਸਰਾਤ, ਚਿਤੰ ਬਾਵਨ ਦਿਨ ਨੀਤ। ਖੋਲ ਕਪਟ ਗੁਰ ਮਿਲਿਆ, ਨਾਨਕ ਹਰਿ ਸੰਗ ਮੀਤਾ। ਅੰਦਰ ਸੱਚਾ ਨਿਹੁ ਲਾਇਆ, ਪ੍ਰੀਤਮ ਆਪਣੇ। ਤਨ ਮਨ ਹੋਏ ਨਿਹਾਲ, ਯਾ ਗੁਰ ਦੇਖਾ ਸਾਮਣੇ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨੀਂਬਾਜੀ, ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਦਾ ਖਾਸ ਰੂਪ ਸਾਧ ਸੰਗਤ ਜੀਓ। ਆਪ ਸਰਬੱਤ ਸਿੱਖ ਸੰਗਤ ਧੰਨਤਾ ਦੀ ਜੋਗ ਹੈ, ਵਧਾਈ ਦੀ ਪਾਤਰ ਹੈ ਸਮੁੱਚੀ ਸਿੱਖ ਸੰਗਤ, ਜੋ ਆਪ ਜੀ ਨੇ ਸਤਿਗੁਰਾਂ ਦੀ ਰਹਿਮਤ ਸਦਕਾ, ਸਤਿਗੁਰਾਂ ਦੀ ਅਪਾਰ ਕਿਰਪਾ ਸਦਕਾ ਅੰਮ੍ਰਿਤ ਵੇਲੇ ਉੱਠ ਕੇ ਤਨ ਦਾ ਇਸ਼ਨਾਨ ਕਰਕੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਨੇ। ਸੋ ਵੱਡੇ ਭਾਗ ਨੇ ਸਾਧ ਸੰਗਤ ਜੀ। ਆਓ ਰਲ ਮਿਲ ਕੇ ਸਤਿਗੁਰਾਂ ਦੇ ਪਵਿੱਤਰ ਬਾਣੀ ਦੀ ਵਿਚਾਰ ਕਰੀਏ, ਸਤਿਗੁਰਾਂ ਦੇ ਵਚਨਾਂ ਦੇ ਨਾਲ ਸਾਂਝ ਪਾਈਏ, ਜਿਨ੍ਹਾਂ ਵਚਨਾਂ ਦੇ ਨਾਲ ਅੱਜ ਆਪਾਂ ਸਾਂਝ ਪਾਵਾਂਗੇ। ਉਹ ਵਚਨ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਉਹਨਾਂ ਦੇ ਪਵਿੱਤਰ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਨੇ। ਅੱਜ ਦੀ ਇਹਨਾਂ ਵਚਨਾਂ ਦੇ ਦੁਆਰਾ ਗੁਰੂ ਪਾਤਸ਼ਾਹ ਸਾਨੂੰ ਕੀ ਬਖਸ਼ਿਸ਼ ਕਰਦੇ ਨੇ। ਗੌੜੀ ਮਹਲਾ ਪੰਜਵਾ, ਰਾਗ ਗੌੜੀ। ਪੰਜਵੇਂ ਸਤਿਗੁਰੂ ਧੰਨ ਧੰਨ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਪਵਿੱਤਰ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਬਾਣੀ। ਔਦ ਘਟੈ ਦਿਨ ਸਰੈ ਨਾਰੀ, ਮਨ ਗੁਰ ਮਿਲ ਕਾਜ ਸਵਾਰੇ ਰਹਾਉ। ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਇਸ ਸ਼ਬਦ ਦੀ ਸ਼ੁਰੂਆਤ ਇਹਨਾਂ ਬਚਨਾਂ ਦੀ ਦੁਆਰਾ ਕਰਦੇ ਨੇ। ਔਦ ਘਟੈ ਦਿਨ ਸਰੈ ਨਾਰੀ, ਮਨ ਗੁਰ ਮਿਲ ਕਾਜ ਸਵਾਰੇ। ਔਦ ਦਾ ਭਾਵ ਹੁੰਦਾ ਸਾਧ ਸੰਗੀ ਉਮਰ। ਰਨਨ ਦਾ ਭਾਵ ਹੁੰਦਾ ਹੈ ਰਾਤ। ਰੇ ਦਾ ਭਾਵ ਹੁੰਦਾ ਹੈ ਹੇ ਭਾਈ। ਮਨ ਦਾ ਭਾਵ ਹੁੰਦਾ ਹੈ ਹੇ ਮਨਾ। ਮਿਲ ਦਾ ਭਾਵ ਹੁੰਦਾ ਹੈ ਮਿਲ ਕੇ। ਸਵਾਰੇ ਦਾ ਭਾਵ ਹੁੰਦਾ ਹੈ ਸਵਾਰ। ਪਾਸਕ ਦੀ ਔਦ ਘਟੈ ਦਿਨ ਸਰੈ ਨਾਰੀ। ਹੇ ਭਾਈ, ਤੇਰੀ ਉਮਰ ਇੱਕ ਇੱਕ ਦਿਨ, ਇੱਕ ਇੱਕ ਰਾਤ ਕਰਕੇ ਘਟਦੀ ਜਾ ਰਹੀ ਹੈ।
हे भाई, जो तेनों आ समा मिलिया ना दुनियादारी ते आउण वाला, तेरी उम्र एक एक दिन करके, एक एक रात करके घटती जा रही है। हे मेरे मना, जिस काम दे लई तू संसार दे विच आया, जगत दे विच आया, अपने उस काम नूं गुरु नूं मिल के सिरे चाढ़ ला, अपने मनोरथ नूं पूरा कर ला, जिहड़ा मनोरथ लेके मात लोक ते आया। अगे गुरु पातशाह फिर बख्शे करदे ने, पातशाह कहंदे करो बिनती सुनो मेरे मीता, संत टहल की बेला, इहा खाट चलो अर लाहा, आगे बसन सुहीला। करो बिनती, करो दा भाव हुंदा सत्संग जी, मैं करदा हां। मीता दा भाव हुंदा हे मित्र, हे दोस्त। बेला दा भाव हुंदा समा। इहां दा भाव हुंदा इस लोक दे विच। लाहा दा भाव हुंदा लाभ। आग्या दा भाव हुंदा परलोक दे विच। सुहेला दा भाव हुंदा सौखा। बसन दा भाव हुंदा वास। पातशाह कहंदे करो बिनती सुनो मेरे मीता, संत टहल की बेला, इहा खाट चलो हर लाहा, आगे बसन सुहीला। सतगुरु कहंदे हे मेरे मित्रा, हे मेरे मित्र, सुन मैं तेरे अगे बेनती करदा हां। ये मनुखा जन्म संतां दी टहल करन दा समा है, गुरमुखां दी संगत करन दा समा है, गुरमुखां दी सेवा करन दा समा मिलिया होया तैनूं। इथों परमात्मा दे नाम दा लाभ खट के तुरना कर। जदों इस मात लोक तो परमात्मा दे नाम दा लाभ कट के तुरोंगे ना, ते परलोक दे विच सौखा वास प्राप्त हो जाएगा, सौखी जगह मिल जाएगी परलोक दे विच तैनूं। जेकर इथों परमात्मा दे नाम दा वणज करके व्यापार करके लाभ खट के तुरेंगा। अगे सतगुरु फिर बख्शे करदे ने, पातशाह कहंदे एहो संसार बेकार, संशय मह तरयो ब्रह्म ज्ञानी, जिसे जगाए पियाए हर रस, अकथ कथा तन जानी। सहसे मैं दा भाव हुंदा चिंता फिक्र दे विच। ब्रह्म ज्ञानी दा भाव हुंदा परमात्मा दे नाल डूंगी सांझ पाउण वाला मनुख, ਉਹਨੂੰ ਕਹਿੰਦੇ ਨੇ ब्रह्म ज्ञानी। जिसे दा भाव हुंदा जिस मनुख नूं, पियाए दा भाव हुंदा पिलांदा है, अकथ कथा दा भाव हुंदा सत्संग दी उस परमात्मा दी वडियाई जिस दा स्वरूप बयान नहीं किया जा सकता, ਉਹਨੂੰ ਕਹਿੰਦੇ ने अकथ कथा। तिन दा भाव हुंदा उस मनुख ने। गुरु पातशाह कहंदे हे भाई, ये जगत बेकार रूप बनिया पिया। ये जगत बेकार रूप बनिया पिया ते ये जगत बेकारां दे नाल, माड़े कर्मां दे नाल भरपूर है, भरिया पिया है। बेकारां दे विच फस के जीव चिंता फिकरां दे विच डुबे रहिंदे ने।
ਮਾੜਿਆਂ ਵਿਚਾਰਾਂ ਦੇ ਵਿੱਚ ਡੁੱਬ ਕੇ ਮਨੁੱਖ ਆ ਉਹਨਾਂ ਦੇ ਵਿੱਚ ਗ੍ਰਸਤ ਹੋ ਕੇ ਫਿਰ ਉਹ ਮਨੁੱਖ ਚਿੰਤਾ ਫਿਕਰਾਂ ਦੇ ਵਿੱਚ ਡੁੱਬੇ ਰਹਿੰਦੇ ਨੇ, ਆਪਣਾ ਸਮਾਂ ਚਿੰਤਾ ਫਿਕਰਾਂ ਦੇ ਵਿੱਚ ਗੁਜ਼ਾਰ ਦਿੰਦੇ ਨੇ। ਸਤਿਗੁਰੂ ਕਹਿੰਦੇ ਜਿਸ ਮਨੁੱਖ ਨੇ ਪਰਮਾਤਮਾ ਦੇ ਨਾਲ ਡੂੰਘੀ ਸਾਂਝ ਪਾ ਲਈ ਨਾ, ਜਿਹੜਾ ਮਨੁੱਖ ਪਰਮਾਤਮਾ ਦੀ ਬੰਦਗੀ ਕਰਨ ਲੱਗ ਪਿਆ, ਨਾਮ ਸਿਮਰਨ ਦੀ ਕਮਾਈ ਕਰਨ ਲੱਗ ਪਿਆ, ਉਹ ਇਸ ਸੰਸਾਰ ਸਮੁੰਦਰ ਵਿੱਚੋਂ ਪਾਰ ਲੰਘ ਜਾਂਦਾ ਹੈ। ਜਿਹਨੇ ਆਪਣੀ ਸੁਰਤ ਨੂੰ ਪਰਮਾਤਮਾ ਦੇ ਨਾਮ ਦੇ ਵਿੱਚ ਜੋੜ ਲਿਆ। ਜਿਸ ਮਨੁੱਖ ਨੂੰ ਪਰਮਾਤਮਾ ਵਿਕਾਰਾਂ ਦੀ ਨੀਂਦ ਦੇ ਵਿੱਚੋਂ ਸੁਚੇਤ ਕਰਦਾ ਹੈ ਨਾ, ਆਪਣੀ ਕਿਰਪਾ ਕਰਕੇ ਉਸ ਨੂੰ ਆਪਣਾ ਪਰਮਾਤਮਾ ਦਾ ਨਾਮ ਰਸ ਉਹ ਪਰਮਾਤਮਾ ਭੁਲਾਉਂਦਾ ਹੈ। ਉਸ ਨੂੰ ਉਸ ਮਨੁੱਖ ਨੇ ਫਿਰ ਉਸ ਪਰਮਾਤਮਾ ਦੀ ਸਿਫਤ ਸਲਾਹ ਦੇ ਨਾਲ ਡੂੰਘੀ ਸਾਂਝ ਬਣਾ ਲਈ, ਜਿਸ ਦਾ ਮੁਕੰਮਲ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ। ਅੱਗੇ ਸਤਿਗੁਰੂ ਅਰਜਨ ਦੇਵ ਮਹਾਰਾਜ ਫਿਰ ਬਖਸ਼ੇ ਕਰਦੇ ਨੇ। ਪਾਸਾ ਕਹਿੰਦੇ ਜਾ ਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨ ਹੈ ਬਸੇਰਾ, ਨਿਜ ਘਰ ਮਹਿਲ ਪਾਵੋ ਸੁਖ ਸਹਜੀ, ਬਾਹਰ ਨਾ ਹੋਏਗੋ ਫੇਰਾ। ਜਾਕੋ ਦਾ ਭਾਵ ਹੁੰਦਾ ਸਾਧ ਸੰਗਤ ਜੀ ਜਿਸ ਦੀ ਖਾਤਰ। ਬਿਹਾਜੋ ਦਾ ਭਾਵ ਹੁੰਦਾ ਖਰੀਦੋ, ਤੇ ਦਾ ਭਾਵ ਹੁੰਦਾ ਤੋਂ, ਗੁਰਤੇ ਤੋਂ ਭਾਵ ਹੁੰਦਾ ਗੁਰੂ ਦੀ ਸਹਾਇਤਾ ਦੇ ਨਾਲ। ਮਨਹਿ ਦਾ ਭਾਵ ਹੁੰਦਾ ਮਨ ਦੇ ਵਿੱਚ। ਹਰ ਬਸੇਰੇ ਦਾ ਭਾਵ ਹੁੰਦਾ ਹਰੀ ਦਾ ਨਿਵਾਸ। ਨਿਜ ਘਰ ਦਾ ਭਾਵ ਹੁੰਦਾ ਆਪਣੇ ਹਿਰਦੇ ਘਰ ਦੇ ਵਿੱਚ। ਮਹਿਲ ਦਾ ਭਾਵ ਹੁੰਦਾ ਪਰਮਾਤਮਾ ਦਾ ਟਿਕਾਣਾ। ਸਤਿਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਜਾ ਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨ ਹੈ ਬਸੇਰਾ, ਨਿਜ ਘਰ ਮਹਿਲ ਪਾਵੋ ਸੁਖ ਸਹਜੀ, ਬਾਹਰ ਨਾ ਹੋਏਗੋ ਫੇਰਾ। ਸਤਿਗੁਰੂ ਕਹਿੰਦੇ ਹੈ ਭਾਈ, ਜਿਸ ਨਾਮ ਪਦਾਰਥ ਦੇ ਖਰੀਦਣ ਵਾਸਤੇ ਤੁਸੀਂ ਸੰਸਾਰ ਦੇ ਵਿੱਚ ਆਏ ਹੋ, ਹੇ ਭਾਈ ਅੱਜ ਸਾਨੂੰ ਮਨੁੱਖਾ ਸਰੀਰ ਮਿਲਿਆ ਨਾ, ਇਹਦਾ ਮਨੋਰਥ ਕੀ ਹੈ? ਇਹਦਾ ਮਨੋਰਥ ਸਾਨੂੰ ਸਮਝਣਾ ਪੈਣਾ ਹੈ। ਅਸੀਂ ਕਿਸ ਕਾਰਜ ਦੇ ਵਾਸਤੇ ਆ ਮਨੁੱਖਾ ਸਰੀਰ ਧਾਰ ਕੇ ਆਉਣਾ ਕੀਤਾ ਹੈ। ਸਾਡੇ ਆਉਣ ਦਾ ਮਨੋਰਥ ਇਹ ਹੈ ਵੀ ਇਸ ਸਰੀਰ ਦੇ ਰਾਹੀਂ ਪਰਮਾਤਮਾ ਦੀ ਬੰਦਗੀ ਕਰਕੇ, ਪਰਮਾਤਮਾ ਦੇ ਨਾਮ ਦਾ ਵਣਜ ਕਰਕੇ, ਲਾਭ ਖੱਟ ਕੇ ਇਸ ਸੰਸਾਰ ਤੋਂ ਤੁਰਨਾ ਹੈ। ਆ ਮਨੋਰਥ ਹੈ। ਪਾਤਸ਼ਾਹ ਕਹਿੰਦੇ ਹੇ ਭਾਈ, ਜਿਸ ਨਾਮ ਪਦਾਰਥ ਦੇ ਖਰੀਦਣ ਵਾਸਤੇ ਮਾਤ ਲੋਕ ਤੇ ਆਏ ਹੋ, ਤੇ ਉਹ ਸੌਦਾ ਖਰੀਦਣਾ ਕਰੋ। ਸੌਦਾ ਕਿਹੜਾ ਹੈ? ਪਰਮਾਤਮਾ ਦੀ ਨਾਮ ਦਾ ਵਣਜ, ਪਰਮਾਤਮਾ ਦੇ ਨਾਮ ਦੀ ਕਮਾਈ, ਤੇ ਉਹ ਸੌਦਾ ਖਰੀਦਣਾ ਕਰੋ। ਗੁਰੂ ਦੀ ਕਿਰਪਾ ਦੇ ਨਾਲ ਹੀ ਪਰਮਾਤਮਾ ਦਾ ਵਾਸ ਮਨ ਦੇ ਵਿੱਚ ਹੋ ਸਕਦਾ ਹੈ। ਹੀ ਭਾਈ, ਗੁਰੂ ਦੀ ਸ਼ਰਨ ਪੈ ਕੇ ਆਤਮਿਕ ਡੋਲਤਾ ਦੇ ਆਨੰਦ ਵਿੱਚ ਟਿਕ ਕੇ ਆਪਣੇ ਹਿਰਦੇ ਘਰ ਦੇ ਵਿੱਚ ਪਰਮਾਤਮਾ ਦਾ ਟਿਕਾਣਾ ਲੱਭੋ ਵੀ ਪਰਮਾਤਮਾ ਕਿੱਥੇ ਹੈ। ਉਹ ਜੋ ਮੈਂ ਮੇਰੀ ਵਾਲਾ ਪੜਦਾ ਪਿਆ ਉਹਨੂੰ ਇੱਕ ਸਾਈਡ ਤੇ ਕਰਕੇ ਪਰਮਾਤਮਾ ਦਾ ਟਿਕਾਣਾ ਲੱਭੋ। ਜਦੋਂ ਤੁਸੀਂ ਪਰਮਾਤਮਾ ਦਾ ਟਿਕਾਣਾ ਆਪਣੇ ਹਿਰਦੇ ਘਰ ਦੇ ਵਿੱਚੋਂ ਲੱਭ ਲਿਆ ਨਾ, ਇਸ ਤਰ੍ਹਾਂ ਫਿਰ ਮੁੜ ਜਨਮ ਦਾ ਗੇੜ ਨਹੀਂ ਮਿਲੇਗਾ।
ਤੁਸੀਂ ਜਨਮ ਮਰਨ ਤੋਂ ਰਹਿਤ ਹੋ ਜਾਓਗੇ। ਅੱਗੇ ਸਤਿਗੁਰੂ ਅਰਜਨ ਦੇਵ ਮਹਾਰਾਜ ਫਿਰ ਬਖਸ਼ੇ ਕਰਦੇ ਨੇ। ਪਾਤਸ਼ਾਹ ਕਹਿੰਦੇ ਅੰਤਰ ਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹੀ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ। ਵਿਧਾਤੇ ਦਾ ਭਾਵ ਹੁੰਦਾ ਹੈ ਹੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ। ਪੂਰੇ ਦਾ ਭਾਵ ਹੁੰਦਾ ਹੈ ਪੂਰੀ ਕਰ। ਮੋਕੋ ਦਾ ਭਾਵ ਹੁੰਦਾ ਹੈ ਮੈਨੂੰ। ਧੂਰੇ ਦਾ ਭਾਵ ਹੁੰਦਾ ਹੈ ਚਰਨ ਧੂੜ। ਅੰਤਰਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹੀ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ। हे ਅੰਤਰਜਾਮੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ, हे ਸਰਬ ਵਿਆਪਕ ਕਰਤਾਰ, ਮੇਰੇ ਮਨ ਦੀ ਇੱਕ ਆਸਾ ਹੈ। ਸਤਿਗੁਰੂ ਕਹਿੰਦੇ ਮੇਰੇ ਮਨ ਦੀ ਸਰਦਾ ਪੂਰੀ ਕਰ। ਤੇਰਾ ਦਾਸ ਨਾਨਕ ਤੈਥੋਂ ਇਹੀ ਸੁੱਖ ਮੰਗਦਾ ਹੈ, ਮੈਨੂੰ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣਾ ਦੇ। ਐਡੀ ਨਿਮਰਤਾ ਮੇਰੇ ਵਿੱਚ ਭਰ ਦੇ। ਤੇ ਅੱਗੇ ਸਤਿਗੁਰੂ ਅਰਜਨ ਦੇਵ ਮਹਾਰਾਜ ਫਿਰ ਬਖਸ਼ੇ ਕਰਦੇ ਨੇ। ਗੌੜੀ ਮਹੱਲਾ ਪੰਜਵਾ। ਐਸੋ ਪਰਚੋ ਪਾਇਓ ਕਰੀ ਕਿਰਪਾ ਦਇਆਲ ਬੀਠੁਲੈ ਸਤਿਗੁਰ ਮੁਝੇ ਬਿਤਾਇਓ ਰਹਾਓ। ਐਸੋ ਪਰਚੋ ਪਾਇਓ। ਪਰਚੋ ਦਾ ਭਾਵ ਹੁੰਦਾ ਹੈ ਸਾਂਝ, ਮਿੱਤਰਤਾ। ਬੀਠਲ ਦਾ ਭਾਵ ਹੁੰਦਾ ਹੈ ਬੀਠਲ ਨੋ। ਸਤਿਗੁਰੂ ਅਰਜਨ ਦੇਵ ਮਹਾਰਾਜ ਇਹਨਾਂ ਬਚਨਾਂ ਦੇ ਨਾਲ ਬਖਸ਼ਿਸ਼ ਕਰਦੇ ਨੇ। ਪਾਤਸ਼ਾਹ ਕਹਿੰਦੇ ਪਰਮਾਤਮਾ ਦੇ ਨਾਲ ਮੇਰੀ ਇਹੋ ਜਿਹੀ ਸਾਂਝ ਬਣ ਗਈ ਹੈ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਮੇਰੀ ਇਹੋ ਜਿਹੀ ਸਾਂਝ ਬਣ ਗਈ ਕਿ ਉਸ ਮਾਇਆ ਦੇ ਪ੍ਰਭਾਵ ਤੋਂ ਪਰੇ ਟਿਕੇ ਹੋਏ ਦਿਆਲ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਮੇਰੇ ਉੱਤੇ ਕਿਰਪਾ ਕੀਤੀ ਤੇ ਮੈਨੂੰ ਗੁਰੂ ਦਾ ਪਤਾ ਦੱਸ ਦਿੱਤਾ। ਮੇਰੇ ਤੇ ਕਿਰਪਾ ਕਰਕੇ ਮੈਨੂੰ ਗੁਰੂ ਦਾ ਪਤਾ ਹੀ ਦੱਸ ਦਿੱਤਾ। ਪਾਤਸ਼ਾਹ ਕਹਿੰਦੇ ਜਤ ਕਤ ਪੇਖੋ ਤਤ ਤਤ ਤੁਮ ਹੀ ਮੋਹੇ ਇਹੋ ਵਿਸ਼ਵਾਸ ਹੋਈ ਪਾਇਓ ਕਹਿ ਪੈ ਕਰੋ ਅਰਦਾਸ ਬੇਨਤੀ ਜੋ ਸੁਣਤੋ ਹੈ ਰਘੁਰਾਇਓ। ਸਤਿਗੁਰੂ ਅਰਜਨ ਦੇਵ ਮਹਾਰਾਜ ਇਹਨਾਂ ਬਚਨਾਂ ਦੇ ਨਾਲ ਬਖਸ਼ਿਸ਼ ਕਰਦੇ ਨੇ। ਪਾਤਸ਼ਾਹ ਕਹਿੰਦੇ ਗੁਰੂ ਨੇ ਕਿਰਪਾ ਕੀਤੀ ਨਾ, ਪਰਮਾਤਮਾ ਨੇ ਕਿਰਪਾ ਕੀਤੀ ਮੇਰੇ ਤੇ, ਮੈਨੂੰ ਗੁਰੂ ਦਾ ਪਤਾ ਦੱਸ ਦਿੱਤਾ। ਹੁਣ ਗੁਰੂ ਦੀ ਸਹਾਇਤਾ ਦੇ ਨਾਲ ਮੈਨੂੰ ਇਹ ਭਰੋਸਾ ਹੋ ਗਿਆ, ਨਿਹਚਾ ਬਣ ਗਿਆ ਕਿ ਮੈਂ ਜਿੱਧਰ ਵੇਖਦਾ ਹੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਮੈਨੂੰ ਤੂੰ ਉਧਰ ਹੀ ਦਿਸਦਾ ਹੈ। ਜਿੱਧਰ ਵੀ ਮੇਰੀ ਨਿਗਾਹ ਜਾਂਦੀ ਹੈ ਉਸੇ ਸਾਈਡ ਤੇ ਮੈਂ ਤੈਨੂੰ ਵੇਖਦਾ ਹਾਂ। ਪਾਤਸ਼ਾਹ ਕਹਿੰਦੇ ਹੇ ਭਾਈ ਮੈਨੂੰ ਯਕੀਨ ਹੋ ਗਿਆ, ਮੈਨੂੰ ਭਰੋਸਾ ਹੋ ਗਿਆ ਕਿ ਜਦੋਂ ਪਰਮਾਤਮਾ ਆਪ ਜੀਵਾਂ ਦੀ ਅਰਦਾਸ ਬੇਨਤੀ ਸੁਣਦਾ ਹੈ ਤਾਂ ਮੈਂ ਉਸ ਤੋਂ ਬਿਨਾਂ ਹੋਰ ਕਿਸੇ ਦੇ ਪਾਸ ਅਰਜ਼ੋਈ ਕਰਾਂ। ਅਰਦਾਸ ਬੇਨਤੀ ਪਰਮਾਤਮਾ ਹਰ ਇੱਕ ਦੀ ਸੁਣਦਾ ਹੈ। ਜਦੋਂ ਉਹ ਪਰਮਾਤਮਾ ਅਰਦਾਸ ਬੇਨਤੀ ਸੁਣਦਾ ਹੈ ਤੇ ਫਿਰ ਮੈਂ ਹੋਰ ਕਿਹਦੇ ਅੱਗੇ ਜਾ ਕੇ ਆਪਣੀ ਅਰਜ਼ੋਈ ਕਰਾਂ। ਪਾਤਸ਼ਾਹ ਕਹਿੰਦੇ ਲਹਿਓ ਸੈਸਾ ਬੰਧਨ ਗੁਰ ਤੇਰੋ ਤਾਂ ਸਦਾ ਸਹਿ ਸੁਖ ਪਾਇਓ ਹੋਣਾ ਸਾ ਸੋਈ ਫੁਨ ਹੋਸੀ ਸੁਖ ਦੁੱਖ ਕਾਹਾਂ ਦਿਖਾਇਓ। ਸਤਿਗੁਰੂ ਅਰਜਨ ਦੇਵ ਮਹਾਰਾਜ
इन्हां बचनां दी नाल बख्शिश करदे ने। पातशाह कहंदे हे भाई, गुरु ने जिस मनुख दे माया दे बंधन तोड़ दिते, जिस मनुख ते गुरु ने कृपा कीती, अपनी कृपा करके माया दे बंधन तोड़ दिते, उसदा सारा सहम फिकर दूर हो गया। तदों उसने सदा दे लई आत्मक डोलता दा आनंद प्राप्त कर लिया। उस मनुख ने जी ते गुरु ने कृपा की, जिहदे माया दे बंधन टुट गए, ते पातशाह कहते उसनूं फिर यकीन बन गया, भरोसा बन गया कि परमात्मा दी रजा दे अनुसार जो कुछ वापरना सी वो वरतेगा। उसदे हुक्म तो बिना कोई सुख या कोई दुख किते भी दिखाई नहीं दे सकता। हुण सानू भी भरोसे होने चाहिए ने उस परमात्मा ते भी करन कराउण वाला एक परमात्मा है। जो कुछ वापरना साडी जिंदगी विच वापरना है ना, वो बस वापर के ही रहेगा। ते उस परमात्मा तो हुक्म तो बिना, परमात्मा दे हुक्म तो बिना आपां कहंदे पत्ता भी नहीं हिलदा। उस परमात्मा दे हुक्म तो बिना कोई दुख सुख विखाल नहीं सकता। ਜਿਹੜੇ ਸਾਡੀ ਜ਼ਿੰਦਗੀ ਵਿੱਚ ਦੁੱਖ ਆਉਣੇ ਨੇ, ਸੁੱਖ ਆਉਣੇ ਨੇ, ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ। ਉਹਦੇ ਹੁਕਮ ਦੇ ਵਿੱਚ ਸਾਨੂੰ ਉਹਦੀ ਰਜ਼ਾ ਦੇ ਅਨੁਸਾਰ ਆਪਣਾ ਜਿਉਣਾ, ਆਪਣਾ ਜੀਵਨ ਜਿਉਣ ਦਾ ਢੰਗ ਸਿੱਖਣਾ ਚਾਹੀਦਾ ਹੈ। ਉਹਦੀ ਰਜ਼ਾ ਦੇ ਵਿੱਚ ਤੁਰਨਾ ਚਾਹੀਦਾ ਹੈ। ਵੀ ਸਾਡੀ ਜ਼ਿੰਦਗੀ ਵਿੱਚ ਜੇ ਸੁੱਖ ਨੇ ਤਾਂ ਇਹ ਵੀ ਪਰਮਾਤਮਾ ਦੀ ਕਿਰਪਾ ਹੈ। ਜੇ ਸਾਡੇ ਜ਼ਿੰਦਗੀ ਵਿੱਚ ਦੁੱਖਾਂ ਦਾ ਸਮਾਂ ਚੱਲ ਰਿਹਾ ਹੈ, ਇਹ ਵੀ ਸਾਡੀ ਜ਼ਿੰਦਗੀ ਦਾ ਹਿੱਸਾ। ਉਸ ਪਰਮਾਤਮਾ ਦੇ ਹੁਕਮ ਦੇ ਅਨੁਸਾਰ ਸਾਨੂੰ ਦੁੱਖ ਮਿਲੇ ਹੋਏ ਨੇ। ਅਸੀਂ ਸੁੱਖਾਂ ਦੇ ਵਿੱਚ ਬੜੇ ਖੁਸ਼ ਹੋ ਜਾਂਦੇ ਹਾਂ ਗੁਰਮੁਖੋ, ਤੇ ਜਦੋਂ ਸਾਡੇ ਤੇ ਦੁੱਖ ਹੁੰਦੇ ਨੇ ਨਾ, ਉਦੋਂ ਅਸੀਂ ਪਰਮਾਤਮਾ ਨੂੰ ਕੋਸਣ ਲੱਗ ਪੈਂਦੇ ਹਾਂ। ਸੁੱਖਾਂ ਦੇ ਵਿੱਚ ਵੀ ਅਰਦਾਸ ਕਰਨੀ ਚਾਹੀਦੀ ਹੈ, ਦੁੱਖਾਂ ਦੇ ਵਿੱਚ ਵੀ ਉਸ ਪਰਮਾਤਮਾ ਦਾ ਸ਼ੁਕਰਾਨਾ ਹੀ ਕਰਨਾ ਚਾਹੀਦਾ ਹੈ। ਅੱਗੇ ਸਤਿਗੁਰੂ ਅਰਜਨ ਦੇਵ ਮਹਾਰਾਜ ਫਿਰ ਬਖਸ਼ਿਸ਼ ਕਰਦੇ ਨੇ। ਪਾਤਸ਼ਾਹ ਕਹਿੰਦੀ ਖੰਡ ਬ੍ਰਹਮੰਡ ਕਾ ਏਕੋ ਠਾਣਾ, ਗੁਰ ਪਰਦਾ ਖੋਲ ਦਿਖਾਇਓ, ਨੌ ਨਿਧ ਨਾਮ ਨਿਧਾਨ ਇਕ ਠਾਈ, ਤਉ ਬਾਹਰ ਕੈਠੇ ਜਾਇਓ। ਸਤਿਗੁਰੂ ਅਰਜਨ ਦੇਵ ਮਹਾਰਾਜ ਇਹਨਾਂ ਵਚਨਾਂ ਦੇ ਨਾਲ ਬਖਸ਼ਿਸ਼ ਕਰਦੇ ਨੇ। ਪਾਤਸ਼ਾਹ ਕਹਿੰਦੇ ਹੇ ਭਾਈ, ਗੁਰੂ ਨੇ ਜਿਸ ਮਨੁੱਖ ਦੇ ਅੰਦਰੋਂ ਹੰਕਾਰ ਦਾ ਪਰਦਾ ਖੋਲ ਕੇ ਪਰਮਾਤਮਾ ਦਾ ਦਰਸ਼ਨ ਕਰਾ ਦਿੱਤਾ ਹੈ। ਹੇ ਭਾਈ, ਗੁਰੂ ਨੇ ਜਿਸ ਮਨੁੱਖ ਦੇ ਅੰਦਰੋਂ ਮੈਂ ਮੇਰੀ ਵਾਲਾ ਹੰਕਾਰ ਦਾ ਪਰਦਾ ਖੋਲ ਕੇ ਪਰਮਾਤਮਾ ਦਾ ਦਰਸ਼ਨ ਦਿਖਾ ਦਿੱਤਾ ਹੈ ਨਾ, ਪਰ ਉਸ ਨੂੰ ਪਰਮਾਤਮਾ ਹੀ ਸਾਰੇ ਖੰਡਾਂ ਬ੍ਰਹਮੰਡਾਂ ਦਾ ਇੱਕੋ ਟਿਕਾਣਾ ਦਿਸਦਾ ਹੈ ਵੀ ਸਭ ਥਾਂ ਪਰਮਾਤਮਾ ਵਸਦਾ ਹੈ। ਜਦੋਂ ਸਾਡੇ ਅੰਦਰੋਂ ਮੈਂ ਮੇਰੀ ਦੂਰ ਹੋ ਗਈ, ਸਾਡੀ ਧੌਣ ਦੇ ਵਿੱਚੋਂ ਹੰਕਾਰ ਵਾਲੇ ਕਿੱਲੇ ਨਿਕਲ ਗਏ, ਫਿਰ ਪਰਮਾਤਮਾ ਸਾਨੂੰ ਹਰ ਥਾਂ ਵਸਦਾ, ਸਾਰੇ ਹਿੱਸਿਆਂ ਦੇ ਵਿੱਚ ਵਸਦਾ ਪਰਮਾਤਮਾ ਦਾ ਟਿਕਾਣਾ ਦਿਸਦਾ ਹੈ। ਸਤਿਗੁਰੂ ਕਹਿੰਦੇ ਜਿਸ ਮਨੁੱਖ ਦੇ ਹਿਰਦੇ ਦੇ ਵਿੱਚ ਹੀ ਗੁਰੂ ਦੀ ਕਿਰਪਾ ਦੇ ਨਾਲ ਜਗਤ ਦੇ 9 ਖਜ਼ਾਨਿਆਂ ਦਾ ਰੂਪ ਪਰਮੇਸ਼ਰ ਦਾ ਨਾਮ ਖਜ਼ਾਨਾ ਆ ਵਸੇ, ਉਸ ਨੂੰ ਕਿਤੇ ਬਾਹਰ ਭਟਕਣ ਦੀ ਲੋੜ ਨਹੀਂ। ਉਹਨੂੰ ਸਾਰੇ ਖਜ਼ਾਨੇ ਆਪਣੇ ਹਿਰਦੇ ਘਰ ਦੇ ਵਿੱਚ ਹੀ ਪ੍ਰਾਪਤ ਹੋ ਗਏ। ਅੱਗੇ ਸਤਿਗੁਰੂ ਅਰਜਨ ਦੇਵ ਮਹਾਰਾਜ ਫਿਰ ਬਖਸ਼ਿਸ਼ ਕਰਦੇ ਨੇ। ਪਾਤਸ਼ਾਹ ਕਹਿੰਦੀ ਏਕਾ ਕਨਕ ਅਨਕ ਭਾਤ ਸਾਜੀ, ਬਹੁ ਪ੍ਰਕਾਰ ਰਚਾਇਓ। ਏਕਾ ਕਨਕ ਅਨਕ ਭਾਤ ਸਾਜੀ, ਬਹੁ ਪ੍ਰਕਾਰ ਰਚਾਇਓ,
ਕਹੋ ਨਾਨਕ ਭਰਮ ਗੁਰ ਖੋਈ ਹੈ, ਇਬੈ ਤਾਤੈ ਤਤ ਮਿਲਾਇਓ। ਸਤਿਗੁਰੂ ਅਰਜਨ ਦੇਵ ਮਹਾਰਾਜ ਇਹਨਾਂ ਬਚਨਾਂ ਦੇ ਨਾਲ ਬਖਸ਼ਿਸ਼ ਕਰਦੇ ਨੇ। ਪਾਤਸ਼ਾਹ ਕਹਿੰਦੇ, ਹੇ ਭਾਈ, ਜਿਵੇਂ ਇੱਕ ਸੋਨੇ ਤੋਂ ਸੁਨਿਆਰੇ ਨੇ ਗਹਿਣਿਆਂ ਦੀਆਂ ਅਨੇਕਾਂ ਕਿਸਮਾਂ ਦੀ ਬਣਤਰ ਬਣਾ ਦਿੱਤੀ। ਕਾਰੀਗਰ ਹੈ ਨਾ ਸੁਨਿਆਰਾ, ਸੋਨਾ ਇੱਕੋ ਹੀ ਹੈ। ਇੱਕੋ ਹੀ ਸੋਨੇ ਤੋਂ ਉਸ ਸੁਨਿਆਰੇ ਨੇ ਆਪਣੀ ਕਲਾ ਦੇ ਨਾਲ ਅਨੇਕਾਂ ਪ੍ਰਕਾਰ ਦੇ ਗਹਿਣੇ ਬਣਾਤੇ, ਅਲੱਗ-ਅਲੱਗ ਗਹਿਣੇ ਬਣਾ ਦਿੱਤੇ। ਤੇ ਉਹ ਜਿਹੜਾ ਪਰਮਾਤਮਾ ਸੁਨਿਆਰਾ ਹੈ, ਤਿਵੇਂ ਪਰਮਾਤਮਾ ਨੇ ਕਈ ਕਿਸਮਾਂ ਦੀ ਇਹ ਜਗਤ ਰਚਨਾ ਰਚ ਦਿੱਤੀ ਉਸ ਪਰਮਾਤਮਾ ਨੇ। ਹੁਣ ਅਸੀਂ ਕਿਤਨੇ ਬੈਠੇ ਆ, ਕਿੰਨੇ ਸਜੇ ਬੈਠੇ ਆ ਨਾ, ਸਾਡੇ ਚਿਹਰੇ ਵੱਖਰੋ ਵੱਖਰੇ ਨੇ। ਮਿੱਟੀ ਸਾਡੀ ਇੱਕੋ ਹੀ ਹੈ, ਇੱਕੋ ਮਿੱਟੀ ਤੋਂ ਅਸੀਂ ਸਾਰੇ ਪੈਦਾ ਹੋਏ ਆ, ਤੇ ਸਾਡੇ ਚਿਹਰਿਆਂ ਦੀ ਬਣਤਰ ਵੱਖਰੋ ਵੱਖਰੀ ਹੈ। ਧਰਨ ਵਾਲਾ ਪਰਮਾਤਮਾ ਇੱਕੋ ਹੀ ਹੈ, ਉਹ ਕਾਰੀਗਰ ਇੱਕੋ ਹੀ ਹੈ, ਮਿੱਟੀ ਵੀ ਇੱਕੋ ਹੀ ਹੈ। ਜਿਵੇਂ ਘੁਮਿਆਰ ਹੁੰਦਾ ਸਾਸਨ ਦੀ, ਮਿੱਟੀ ਇੱਕ ਤੋਂ ਕਿਤਨੇ ਹੀ ਭਾਂਡੇ ਤਿਆਰ ਕਰ ਦਿੰਦਾ ਵੱਖਰੋ ਵੱਖਰੇ। ਤੇ ਉਹ ਪਰਮਾਤਮਾ ਕਿੱਡਾ ਕਾਰੀਗਰ ਸੋਹਣਾ ਹੋਵੇਗਾ, ਜਿਹਨੇ ਇੱਕੋ ਮਿੱਟੀ ਦੇ ਨਾਲ ਸਾਡੇ ਵੱਖਰੋ ਵੱਖਰੇ ਸਰੀਰ ਤਿਆਰ ਕਰ ਦਿੱਤੇ। ਕਿਸੇ ਨਾਲ ਇੱਕ ਦੂਜਾ ਚਿਹਰਾ ਨਹੀਂ ਮੈਚ ਕਰਦਾ, ਵੱਖਰੋ ਵੱਖਰੇ ਚਿਹਰੇ ਬਣ ਗਏ। ਤੇ ਇਹ ਪਰਮਾਤਮਾ ਨੇ ਕਈ ਕਿਸਮਾਂ ਦੀ ਇਹ ਜਗਤਾ ਰਚਨਾ ਰਚੀ ਹੈ। ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਹੇ ਨਾਨਕ, ਆਖ ਗੁਰੂ ਨੇ ਜਿਸ ਮਨੁੱਖ ਦਾ ਭਰਮ ਭੁਲੇਖਾ ਦੂਰ ਕਰ ਦਿੱਤਾ ਹੈ। ਗੁਰੂ ਨੇ ਕਿਰਪਾ ਕੀਤੀ, ਜਿਸ ਮਨੁੱਖ ਦਾ ਭਰਮ ਭੁਲੇਖਾ ਦੂਰ ਕਰ ਦਿੱਤਾ, ਉਸ ਨੂੰ ਉਸੇ ਤਰ੍ਹਾਂ ਹਰੇਕ ਤੱਤ ਮੂਲ ਤੱਤ ਪਰਮੇਸ਼ਰ ਦੇ ਵਿੱਚ ਮਿਲਦਾ ਦਿਸਦਾ ਹੈ। ਤਿਵੇਂ ਅਨੇਕਾਂ ਰੂਪਾਂ ਦੇ ਗਹਿਣੇ ਮੁੜ ਸੋਨੇ ਵਿੱਚ ਹੀ ਮਿਲ ਜਾਂਦੇ ਨੇ। ਇਹ ਸੀ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਵਚਨ। ਤੇ ਇੱਥੇ ਅੱਜ ਆਪਾਂ ਸਮਾਪਤੀ ਕਰ ਦਾਂਗੇ। ਕੱਲ ਤੋਂ ਫੇਰ ਅਗਲੇ ਵਚਨਾਂ ਦੇ ਨਾਲ ਸਾਂਝ ਪਾਵਾਂਗੇ। ਇੱਥੋਂ ਤੱਕ ਸਤਿਗੁਰਾਂ ਦੇ ਵਚਨ ਸਾਂਝੀ ਕਰਦਿਆਂ ਤੋਂ ਬਹੁਤ ਸਾਰੀਆਂ ਭੁੱਲਾਂ ਚੁੱਕਾਂ ਰਹਿ ਗਈਆਂ ਹੋਣਗੀਆਂ, ਜੋ ਆਪ ਜੀ ਦੇ ਧਿਆਨ ਵਿੱਚ ਆਈਆਂ ਹੋਣਗੀਆਂ। ਸਾਰੀਆਂ ਹੋਈਆਂ ਭੁੱਲਾਂ ਦੀ ਖਿਮਾ ਭਾਈ ਸੰਗਤ ਬਖਸ਼ਣਯੋਗ ਹੈ।